ਤੁਸੀਂ ਸੁਣ ਰਹੇ ਹੋ ਪੁਰਤਗਾਲ ਪੰਜਾਬੀ ਪੋਡਕਾਸਟ। ਅੱਜ ਆਪਾਂ ਗੱਲ ਕਰਾਂਗੇ ਪੁਰਤਗਾਲ ਵਿੱਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਬਾਰੇ। ਕਿਹੜੇ ਮੁੱਖ ਉਮੀਦਵਾਰ ਹਨ, ਇਹਨਾਂ ਚੋਣਾਂ ਦਾ ਸਾਰਾ ਕਾਰ ਵਿਹਾਰ ਕੀ ਹੁੰਦਾ ਹੈ, ਤੇ ਖਾਸ ਕਰਕੇ ਆਪਾਂ ਗੱਲ ਕਰਾਂਗੇ ਕਿ ਜਿਹੜੇ ਲੋਕ ਪੁਰਤਗਾਲ ਤੋਂ ਬਾਹਰ ਰਹਿੰਦੇ ਹਨ, ਜਿਨ੍ਹਾਂ ਕੋਲ ਨੈਸ਼ਨਲਟੀਆਂ ਹਨ, ਉਹ ਕਿੱਦਾਂ ਵੋਟ ਕਰ ਸਕਦੇ ਹਨ। ਸ਼ੁਰੂ ਕਰਦੇ ਹਾਂ ਕਿ ਜਿਹੜਾ ਪੁਰਤਗਾਲ ਦਾ ਰਾਸ਼ਟਰਪਤੀ ਹੁੰਦਾ ਹੈ, ਉਹ 5 ਸਾਲ ਲਈ ਚੁਣਿਆ ਜਾਂਦਾ ਹੈ। ਇਸ ਵਾਰ ਰਾਸ਼ਟਰਪਤੀ ਚੋਣਾਂ 18 ਜਨਵਰੀ 2026 ਨੂੰ ਹੋਣਗੀਆਂ। ਜੇਕਰ ਪਹਿਲੇ ਦੌਰ ਦੀਆਂ ਚੋਣਾਂ ਵਿੱਚ ਕਿਸੇ ਉਮੀਦਵਾਰ ਨੂੰ 50% ਵੋਟਾਂ ਤੋਂ ਇੱਕ ਵੋਟ ਵੀ ਜ਼ਿਆਦਾ ਪਵੇਗੀ ਤਾਂ ਉਹ ਉਮੀਦਵਾਰ ਜਿੱਤ ਜਾਵੇਗਾ। ਪਰ ਜੇਕਰ ਇਦਾਂ ਨਹੀਂ ਹੁੰਦਾ ਤਾਂ ਸੈਕੰਡ ਰਾਊਂਡ ਹੋਵੇਗਾ, ਜੋ ਕਿ 8 ਫਰਵਰੀ ਨੂੰ ਹੋਵੇਗਾ। ਪਰ ਸੈਕੰਡ ਰਾਊਂਡ ਵਿੱਚ ਸਿਰਫ ਉਹ ਦੋ ਉਮੀਦਵਾਰ ਹੀ ਹੋਣਗੇ ਜਿਨ੍ਹਾਂ ਨੂੰ ਫਸਟ ਰਾਊਂਡ ਵਿੱਚ ਜ਼ਿਆਦਾ ਵੋਟਾਂ ਪਈਆਂ ਹੋਣਗੀਆਂ। ਪੁਰਤਗਾਲ ਦੇ ਇਤਿਹਾਸ ਵਿੱਚ ਜ਼ਿਆਦਾ ਵਾਰ ਇਦਾਂ ਨਹੀਂ ਹੋਇਆ ਕਿ ਸੈਕੰਡ ਰਾਊਂਡ ਵਿੱਚ ਜਾਣਾ ਪਿਆ ਹੋਵੇ। ਸਿਰਫ ਇੱਕ ਵਾਰ 1986 ਵਿੱਚ ਹੋਇਆ ਸੀ। ਇਸ ਵਾਰ ਦੇਖਦੇ ਹਾਂ ਕੀ ਇਤਿਹਾਸ ਬਣਦਾ। ਇਸ ਵਾਰ ਵਾਲਾ ਰਾਸ਼ਟਰਪਤੀ 2031 ਤੱਕ ਚੁਣਿਆ ਜਾਵੇਗਾ। ਹੁਣ ਆਪਾਂ ਗੱਲ ਕਰਦੇ ਹਾਂ ਕਿ ਰਾਸ਼ਟਰਪਤੀ ਚੋਣਾਂ ਵਿੱਚ ਵੋਟ ਕੌਣ ਪਾ ਸਕਦਾ ਹੈ। ਕੋਈ ਵੀ ਇਨਸਾਨ ਜੋ ਕਿ ਪੁਰਤਗਾਲ ਦਾ ਨਾਗਰਿਕ ਹੈ, ਜਿਸ ਕੋਲ ਪੁਰਤਗਾਲ ਦੀ ਨੈਸ਼ਨਲਟੀ ਹੋਵੇ ਅਤੇ ਉਮਰ 18 ਸਾਲ ਤੋਂ ਵੱਧ ਹੋਵੇ, ਉਹ ਵੋਟ ਪਾ ਸਕਦਾ। ਇੱਕ ਗੱਲ ਮੈਂ ਸਾਫ਼ ਕਰ ਦਿਆਂ, ਕਿਉਂਕਿ ਹਰ ਵਾਰ ਟਿਕਟੌਕ ਵਿਦਵਾਨਾਂ ਵੱਲੋਂ ਕਨਫਿਊਜ਼ ਕੀਤਾ ਜਾਂਦਾ ਹੈ। ਜਿਹਦੇ ਕੋਲ ਰੈਜ਼ੀਡੈਂਸੀ ਕਾਰਡ ਹੈ ਉਹ ਵੋਟ ਨਹੀਂ ਪਾ ਸਕਦਾ। ਕਾਰਡ ਚਾਹੇ 2 ਸਾਲ ਦਾ ਹੋਵੇ, 3 ਸਾਲ ਦਾ ਹੋਵੇ, ਚਾਹੇ ਕਾਰਡ 5 ਸਾਲ ਦਾ ਹੋਵੇ, ਉਹ ਵੋਟ ਨਹੀਂ ਪਾ ਸਕਦਾ। ਵੋਟਾਂ ਪਾਉਣ ਲਈ ਉਸੇ ਤਰ੍ਹਾਂ ਹੀ ਬੂਥ ਲੱਗਣਗੇ ਜਿਸ ਤਰ੍ਹਾਂ ਦੂਜੀਆਂ ਵੋਟਾਂ ਪੈਂਦੀਆਂ ਹਨ। ਹੁਣ ਆਪਾਂ ਜਾਣਦੇ ਹਾਂ ਕਿ ਪੁਰਤਗਾਲ ਵਿੱਚ ਰਾਸ਼ਟਰਪਤੀ ਦਾ ਕੀ ਰੋਲ ਰਹਿੰਦਾ ਹੈ। ਰਾਸ਼ਟਰਪਤੀ ਕੋਲ ਜ਼ਿਆਦਾ ਪਾਵਰਾਂ ਨਹੀਂ ਹੁੰਦੀਆਂ, ਪਰ ਰਾਸ਼ਟਰਪਤੀ ਪਾਰਲੀਮੈਂਟ ਭੰਗ ਕਰ ਸਕਦਾ, ਭਾਵ ਕਿ ਸਰਕਾਰ ਤੋੜ ਸਕਦਾ। ਜੇਕਰ ਦੇਸ਼ ਵਿੱਚ ਇਦਾਂ ਦੇ ਹਾਲਾਤ ਬਣਦੇ ਹਨ ਕਿ ਸਰਕਾਰ ਕੋਲੋਂ ਕੰਮ ਕਾਬੂ ਨਹੀਂ ਆ ਰਿਹਾ, ਤਾਂ ਰਾਸ਼ਟਰਪਤੀ ਸਾਰੀ ਪਾਵਰ ਆਪਣੇ ਹੱਥ ਲੈ ਸਕਦਾ, ਕਾਨੂੰਨਾਂ ਤੇ ਵੀਟੋ ਲਾ ਸਕਦਾ, ਕਾਨੂੰਨਾਂ ਨੂੰ ਕੌਂਸਟੀਟਿਊਸ਼ਨਲ ਕੋਰਟ ਕੋਲ ਭੇਜ ਸਕਦਾ। ਮੇਨ ਗੱਲ ਕਿ ਜੇਕਰ ਸਰਕਾਰ ਹੋਵੇ ਕਿਸੇ ਹੋਰ ਪਾਰਟੀ ਦੀ ਅਤੇ ਰਾਸ਼ਟਰਪਤੀ ਹੋਵੇ ਦੂਜੀ ਪਾਰਟੀ ਦਾ, ਤਾਂ ਉਸ ਸਰਕਾਰ ਦੇ ਬਹੁਤ ਸਾਰੇ ਕੰਮਾਂ ਅਤੇ ਕਾਨੂੰਨ ਬਣਾਉਣ ਵਿੱਚ ਕਾਫੀ ਮੁਸ਼ਕਲਾਂ ਲਿਆ ਸਕਦਾ। ਸੋ ਹਮੇਸ਼ਾ ਸੱਤਾਧਰ ਪਾਰਟੀ ਦਾ ਇਹ ਜ਼ੋਰ ਰਹਿੰਦਾ ਕਿ ਰਾਸ਼ਟਰਪਤੀ ਉਹਨਾਂ ਦੀ ਪਾਰਟੀ ਦਾ ਹੀ ਬਣੇ। ਜਿਵੇਂ ਕਿ ਹੁਣ ਪੁਰਤਗਾਲ ਵਿੱਚ ਸਰਕਾਰ ਰਾਈਟ ਵਿੰਗ ਦੀ ਹੈ। ਜੇਕਰ ਰਾਸ਼ਟਰਪਤੀ ਲੈਫਟ ਵਿੰਗ ਦਾ ਬਣਦਾ ਤਾਂ ਖਿਚੜੀ ਪੱਕਦੀ ਰਿਹਾ ਕਰੇਗੀ। ਪੁਰਤਗਾਲ ਦੇ ਮੌਜੂਦਾ ਰਾਸ਼ਟਰਪਤੀ ਮਰਸੇਲੋ ਹਨ, ਜੋ ਕਿ 10 ਸਾਲ ਤੋਂ ਪੁਰਤਗਾਲ ਦੇ ਰਾਸ਼ਟਰਪਤੀ ਹਨ। 2 ਵਾਰ ਉਹ ਮੈਜੋਰਟੀ ਨਾਲ ਜਿੱਤ ਕੇ ਪੁਰਤਗਾਲ ਦੇ ਰਾਸ਼ਟਰਪਤੀ ਬਣੇ ਹਨ। ਪੁਰਤਗਾਲ ਦੇ ਸੰਵਿਧਾਨ ਦੇ ਅਨੁਸਾਰ ਕੋਈ ਵੀ ਇਨਸਾਨ ਤੀਸਰੀ ਵਾਰ ਪੁਰਤਗਾਲ ਦਾ ਰਾਸ਼ਟਰਪਤੀ ਨਹੀਂ ਬਣ ਸਕਦਾ। ਸੋ ਮਰਸੇਲੋ ਦੁਬਾਰਾ ਇਹਨਾਂ ਵੋਟਾਂ ਵਿੱਚ ਖੜੇ ਨਹੀਂ ਹੋ ਸਕਦੇ। ਸੋ ਇਸ ਵਾਰ ਪੁਰਤਗਾਲ ਨੂੰ ਨਵਾਂ ਰਾਸ਼ਟਰਪਤੀ ਮਿਲੇਗਾ। ਰਾਸ਼ਟਰਪਤੀ ਦੀਆਂ ਵੋਟਾਂ ਵਿੱਚ ਖੜੇ ਹੋਣ ਲਈ ਇਨਸਾਨ ਪੁਰਤਗਾਲ ਦਾ ਨਾਗਰਿਕ ਹੋਣਾ ਚਾਹੀਦਾ। 7500 ਸਿਗਨੇਚਰ ਚਾਹੀਦੇ ਨੇ ਉਮੀਦਵਾਰ ਬਣਨ ਲਈ। 7500 ਬੰਦੇ ਦੀ ਸਪੋਰਟ ਚਾਹੀਦੀ ਹੈ ਜੇਕਰ ਤੁਸੀਂ ਉਮੀਦਵਾਰ ਲਈ ਪੇਪਰ ਭਰਨੇ ਹੋਣ। ਨੋਰਮਲੀ ਪੁਰਤਗਾਲ ਵਿੱਚ ਹਮੇਸ਼ਾ ਉਮੀਦਵਾਰ ਉਹੀ ਬਣਦੇ ਹਨ ਜੋ ਪੁਰਤਗਾਲ ਵਿੱਚ ਪੋਪੂਲਰ ਹੁੰਦੇ ਹਨ, ਭਾਵ ਕਿ ਜਿਨ੍ਹਾਂ ਨੂੰ ਲੋਕ ਪਹਿਲਾਂ ਤੋਂ ਜਾਣਦੇ ਹੁੰਦੇ ਹਨ। ਅਨਨੋਨ ਬੰਦਿਆਂ ਦਾ ਪੁਰਤਗਾਲ ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਜ਼ਿਆਦਾ ਦਬਦਬਾ ਨਹੀਂ ਰਹਿੰਦਾ। ਜੇਕਰ ਆਪਾਂ ਪੁਰਤਗਾਲ ਦਾ ਇਤਿਹਾਸ ਦੇਖੀਏ, ਬਹੁਤ ਸਾਰੇ ਉਮੀਦਵਾਰ ਰਾਸ਼ਟਰਪਤੀ ਚੋਣਾਂ ਵਿੱਚ ਖੜੇ ਹਨ, ਪਰ ਆਪਾਂ ਗੱਲ ਕਰਾਂਗੇ ਮੇਨ ਦੀ, ਜਿਨ੍ਹਾਂ ਵਿੱਚ ਮੁਕਾਬਲਾ ਹੋ ਸਕਦਾ। ਪਹਿਲੇ ਹਨ ਹੈਨਰਿਕ ਗੋਵਈਆ ਈ ਮੇਲੋ। ਇਹ ਆਜ਼ਾਦ ਉਮੀਦਵਾਰ ਹਨ। ਮੇਲੋ ਕਿਸੇ ਵੀ ਪਾਰਟੀ ਤੋਂ ਨਹੀਂ ਹਨ, ਇਹ ਆਜ਼ਾਦ ਖੜੇ ਹੋਏ ਹਨ। ਮੇਲੋ ਨੇਵੀ ਆਫੀਸਰ ਰਹੇ ਹਨ। 45 ਸਾਲ ਪੁਰਤਗਾਲ ਦੀ ਨੇਵੀ ਵਿੱਚ ਕੰਮ ਕੀਤਾ। ਕੋਵਿਡ-19 ਵਿੱਚ ਵੈਕਸੀਨ ਲਾਉਣ ਦੀ ਸਾਰੀ ਜ਼ਿੰਮੇਵਾਰੀ ਇਹਨਾਂ ਕੋਲ ਸੀ, ਜਿਸ ਨੂੰ ਇਹਨਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਪੂਰਾ ਕੀਤਾ ਸੀ। ਮੇਲੋ ਪੁਰਤਗਾਲ ਵਿੱਚ ਫੇਮਸ ਹਨ। ਇਹ ਲਿਬਰਲ ਡੈਮੋਕ੍ਰੇਸੀ ਨੂੰ ਸਪੋਰਟ ਕਰਦੇ ਹਨ, ਇਮੀਗ੍ਰੇਸ਼ਨ ਵਿੱਚ ਸੰਤੁਲਨ ਚਾਹੁੰਦੇ ਹਨ, ਖਿਲਾਫ ਨਹੀਂ ਹਨ। ਮੇਲੋ ਦੀ ਇਮੇਜ ਇਮਾਨਦਾਰੀ ਵਾਲੀ ਹੈ। ਦੂਜੇ ਹਨ ਲੁਇਸ ਮਾਰਕੇਸ ਮੈਂਦੇਸ। ਇਹ PSD ਪਾਰਟੀ ਦੇ ਉਮੀਦਵਾਰ ਹਨ। ਇਹ ਉਸ ਪਾਰਟੀ ਦੇ ਉਮੀਦਵਾਰ ਹਨ ਜਿਸ ਪਾਰਟੀ ਦੀ ਹੁਣ ਪੁਰਤਗਾਲ ਵਿੱਚ ਸਰਕਾਰ ਚੱਲ ਰਹੀ ਹੈ। ਇਹ ਇੱਕ ਪੁਰਤਗਾਲ ਦੇ ਸੀਨੀਅਰ ਰਾਜਨੀਤੀ ਲੀਡਰ ਹਨ। ਟੈਲੀਵਿਜ਼ਨ ਤੇ ਰਾਜਨੀਤਿਕ ਕਮੈਂਟੇਟਰ ਵੀ ਹਨ।
ਅਕਸਰ ਇਹ ਰਾਜਨੀਤੀ ਬਾਰੇ ਟੀਵੀ ਤੇ ਚੱਲਣ ਵਾਲੀਆਂ ਡਿਬੇਟਾਂ ਵਿੱਚ ਆਪਣੇ ਵਿਚਾਰ ਦਿੰਦੇ ਹਨ। ਮੈਂਦਿਸ਼ ਇਮੀਗ੍ਰੇਸ਼ਨ ਸਖਤੀ, ਆਰਥਿਕਤਾ ਅਤੇ ਯੂਰਪੀਅਨ ਏਕੀਕਰਨ ਦੀ ਗੱਲ ਕਰਦੇ ਹਨ। ਤੀਸਰੇ ਹਨ ਅੰਤੋਨੀਓ ਜੋਜ਼ੇ ਸਗੂਰੋ। ਇਹ ਪੀਐਸ ਪਾਰਟੀ ਦੇ ਉਮੀਦਵਾਰ ਹਨ। ਇਹ ਪੁਰਾਣੇ ਪੀਐਸ ਪਾਰਟੀ ਦੇ ਜਨਰਲ ਸੈਕਟਰੀ ਰਹਿ ਚੁੱਕੇ ਹਨ। ਇਹਨਾਂ ਦੀ ਵਿਚਾਰਧਾਰਾ ਪੀਐਸ ਪਾਰਟੀ ਵਾਲੀ ਹੈ, ਜਿਵੇਂ ਕਿ ਸੋਸ਼ਲ ਡੈਮੋਕ੍ਰੈਟਿਕ, ਯੂਰਪ ਏਕੀਕਰਨ, ਸਮਾਜਿਕ ਨਿਆਂ, ਇਮੀਗ੍ਰਾਂਟਸ ਦੀ ਸਪੋਰਟ। ਇਹ ਪੁਰਤਗਾਲ ਵਿੱਚ ਲੈਫਟ ਵਿੰਗ ਜਾਂ ਆਪਾਂ ਕਹੀਏ ਕਿ ਸੈਂਟਰ ਲੈਫਟ ਵਿੰਗ ਦੇ ਵੋਟਰਾਂ ਦੀਆਂ ਵੋਟਾਂ ਲੈਣਗੇ। ਮੈਨੂੰ ਪਰਸਨਲੀ ਲੱਗਦਾ ਹੈ ਕਿ ਸਗੂਰੋ ਨੂੰ ਇਮੀਗ੍ਰਾਂਟਸ ਦੀ ਵੋਟ ਵੀ ਕਾਫੀ ਪੈ ਸਕਦੀ ਹੈ, ਕਿਉਂਕਿ ਇਮੀਗ੍ਰਾਂਟਸ ਹਮੇਸ਼ਾ ਪੀਐਸ ਪਾਰਟੀ ਦੇ ਹਾਮੀ ਰਹਿੰਦੇ ਹਨ। ਚੌਥੇ ਨੰਬਰ ਤੇ ਹਨ ਸ਼ੇਗਾ ਪਾਰਟੀ ਦੇ ਉਮੀਦਵਾਰ ਆਂਦਰੇ ਵੈਂਤੂਰਾ। ਆਂਦਰੇ ਵੈਂਤੂਰਾ ਪਾਰਲੀਮੈਂਟ ਮੈਂਬਰ ਹਨ ਅਤੇ ਮੌਜੂਦਾ ਓਪੋਜੀਸ਼ਨ ਲੀਡਰ ਹਨ। ਸ਼ੇਗਾ ਪਾਰਟੀ ਇੱਕ ਫਾਰ ਰਾਈਟ ਪਾਰਟੀ ਹੈ। ਵੈਂਤੂਰਾ ਦੀ ਪਪੂਲੈਰਿਟੀ ਦੇਖੀਏ ਤਾਂ ਪੁਰਤਗਾਲ ਵਿੱਚ ਬਹੁਤ ਹਾਈ ਲੈਵਲ ਹੈ, ਕਿਉਂਕਿ ਹਮੇਸ਼ਾ ਇਮੀਗ੍ਰਾਂਟਸ ਬਾਰੇ ਵਿਵਾਦਿਤ ਬਿਆਨਾਂ ਕਰਕੇ ਚਰਚਾ ਵਿੱਚ ਰਹਿੰਦੇ ਹਨ। ਹਮੇਸ਼ਾ ਡਿਬੇਟਾਂ ਵਿੱਚ ਦੂਜੇ ਲੀਡਰਾਂ ਨਾਲ ਇਹਨਾਂ ਨੂੰ ਮਿਹਣੋ ਮਿਹਣੀ ਹੁੰਦੇ ਵੀ ਦੇਖਿਆ ਜਾਂਦਾ ਹੈ। ਆਂਦਰੇ ਇਮੀਗ੍ਰਾਂਟਸ ਤੇ ਸਖਤੀ, ਕ੍ਰਾਈਮ ਘਟਾਉਣ ਅਤੇ ਨੈਸ਼ਨਲਿਜ਼ਮ ਤੇ ਜ਼ੋਰ ਦਿੰਦੇ ਹਨ। ਸ਼ੇਗਾ ਪਾਰਟੀ ਨੇ ਪਿਛਲੇ ਸਮਿਆਂ ਵਿੱਚ ਆਪਣੇ ਵੋਟ ਬੈਂਕ ਨੂੰ ਕਾਫੀ ਮਜ਼ਬੂਤ ਕੀਤਾ ਹੈ। ਇਹਨਾਂ ਨੂੰ ਫਾਰ ਰਾਈਟ ਵਿੰਗ ਵੋਟਰਾਂ ਅਤੇ ਕਾਫੀ ਨੌਜਵਾਨ ਵੋਟਰਾਂ ਦੀ ਵੋਟ ਪੈ ਸਕਦੀ ਹੈ। ਇਹਨਾਂ ਚਾਰਾਂ ਉਮੀਦਵਾਰਾਂ ਤੋਂ ਇਲਾਵਾ ਦੋ ਉਮੀਦਵਾਰ ਹੋਰ ਹਨ ਜੋ ਚਰਚਾ ਵਿੱਚ ਹਨ। ਪਹਿਲੇ ਹਨ ਆਈਐਲ ਪਾਰਟੀ ਦੇ ਉਮੀਦਵਾਰ ਜੋਆਓ। ਇਹ ਇੱਕ ਬਿਜ਼ਨਸ ਬੈਕਗ੍ਰਾਉਂਡ ਤੋਂ ਹਨ। ਇਹ ਲਿਬਰਲ, ਆਰਥਿਕ ਆਜ਼ਾਦੀ ਅਤੇ ਡਿਜੀਟਲ ਨਵੀਨੀਕਰਨ ਤੇ ਜ਼ੋਰ ਦਿੰਦੇ ਹਨ। ਇਹ ਬਿਜ਼ਨਸ ਏਰੀਆ ਅਤੇ ਪੜ੍ਹੇ ਲਿਖੇ ਲੋਕਾਂ ਦੀਆਂ ਵੋਟਾਂ ਲੈਣਗੇ। ਦੂਜੇ ਹਨ ਬਲੋਕੋ ਸਕੇਰਦਾ ਪਾਰਟੀ ਦੇ ਕਤਰੀਨਾ ਮਾਰਟਿਨ। ਇਹ ਬਲੋਕੋ ਸਕੇਰਦਾ ਦੇ ਸਟਰੋਂਗ ਲੀਡਰ ਹਨ ਅਤੇ ਹੁਣ ਮੌਜੂਦਾ ਯੂਰਪੀਅਨ ਪਾਰਲੀਮੈਂਟ ਦੇ ਮੈਂਬਰ ਹਨ। ਪੁਰਤਗਾਲ ਵੱਲੋਂ ਯੂਰਪੀਅਨ ਯੂਨੀਅਨ ਵਿੱਚ ਐਮਪੀਈ ਹਨ। ਇਹ ਇੱਕ ਲੇਡੀ ਹਨ ਅਤੇ ਪੁਰਤਗਾਲ ਵਿੱਚ ਕਾਫੀ ਪਪੂਲਰ ਹਨ। ਆਪਣੇ ਵਿਭਾਗਪਨ ਲਈ ਜਾਣੇ ਜਾਂਦੇ ਹਨ। ਇਹ ਸਮਾਜਿਕ ਸਮਾਨਤਾ, ਲੇਬਰ ਅਧਿਕਾਰਾਂ, ਸਿਹਤ, ਸਿੱਖਿਆ, ਇਮੀਗ੍ਰਾਂਟ ਸੰਤੁਲਤਾ ਤੇ ਜ਼ੋਰ ਦਿੰਦੇ ਹਨ। ਇਹ ਲੈਫਟ ਵਿੰਗ ਦੇ ਵੋਟਰਾਂ ਦੀਆਂ ਵੋਟਾਂ ਲੈਣਗੇ। ਇਮੀਗ੍ਰਾਂਟਸ ਦੀ ਵੋਟ ਇਹਨਾਂ ਨੂੰ ਵੀ ਪੈ ਸਕਦੀ ਹੈ, ਕਿਉਂਕਿ ਪਿਛਲੇ ਦਿਨਾਂ ਵਿੱਚ ਬਲੋਕੋ ਸਕੇਰਦਾ ਦੀ ਇਮੀਗ੍ਰਾਂਟਸ ਵਿੱਚ ਛਵੀ ਬਹੁਤ ਵਧੀਆ ਬਣ ਕੇ ਉੱਭਰੀ ਹੈ। ਬਾਕੀ ਇਹਨਾਂ ਸਾਰਿਆਂ ਵੱਲੋਂ ਪ੍ਰਚਾਰ ਕਿਸ ਤਰ੍ਹਾਂ ਦਾ ਕੀਤਾ ਜਾਂਦਾ ਹੈ, ਇਸ ਦੀ ਵੀ ਬਹੁਤ ਮਹੱਤਤਾ ਰਹੇਗੀ। ਇਹਨਾਂ ਸਾਰਿਆਂ ਵਿੱਚੋਂ ਪਹਿਲੇ ਚਾਰ ਉਮੀਦਵਾਰ ਹਨ ਜੋ ਕਿ ਜ਼ਿਆਦਾ ਹਾਈਲਾਈਟ ਹਨ, ਕਿਉਂਕਿ ਤਿੰਨ ਉਮੀਦਵਾਰ ਪੁਰਤਗਾਲ ਦੀਆਂ ਮੇਨ ਪਾਰਟੀਆਂ ਤੋਂ ਹਨ, ਪੀਐਸ, ਪੀਐਸਡੀ ਅਤੇ ਸ਼ੇਗਾ ਤੋਂ। ਚੌਥੇ ਉਮੀਦਵਾਰ ਹਨ ਮੇਲੋ। ਉਹ ਇਸ ਲਈ ਖਾਸ ਬਣੇ ਹੋਏ ਹਨ ਕਿਉਂਕਿ ਆਜ਼ਾਦ ਉਮੀਦਵਾਰ ਹਨ। ਖਾਸ ਇਹ ਹੈ ਕਿ ਉਹ ਕਿਸੇ ਪਾਰਟੀ ਦੀ ਆਈਡੀਓਲੋਜੀ ਦੇ ਥੱਲੇ ਨਹੀਂ ਹਨ। ਉਹਨਾਂ ਦਾ ਕੰਮ ਕਰਨ ਦਾ ਤਰੀਕਾ ਸੁਤੰਤਰ ਰਹਿ ਸਕਦਾ। ਪੁਰਤਗਾਲ ਵਿੱਚ ਚੱਲ ਰਹੇ ਵੱਖ-ਵੱਖ ਪੋਲਾਂ ਦੀ ਗੱਲ ਕਰੀਏ ਤਾਂ ਪੋਲਾਂ ਵਿੱਚ ਕਦੇ ਕਿਸੇ ਨੂੰ ਉੱਪਰ ਦਿਖਾਇਆ ਜਾ ਰਿਹਾ ਹੈ ਅਤੇ ਦੂਜੇ ਪੋਲ ਵਿੱਚ ਦੂਜੇ ਉਮੀਦਵਾਰ ਨੂੰ ਉੱਪਰ ਦਿਖਾਇਆ ਜਾ ਰਿਹਾ ਹੈ। ਇਸ ਪੋਡਕਾਸਟ ਨੂੰ ਰਿਕਾਰਡ ਕਰਦੇ ਸਮੇਂ ਤੱਕ ਮੇਲੋ ਅਤੇ ਮੇਂਦਿਸ ਟੌਪ ਲਿਸਟ ਤੇ ਚੱਲ ਰਹੇ ਹਨ। ਬਾਕੀ ਪੋਲਾਂ ਤੇ ਜ਼ਿਆਦਾ ਯਕੀਨ ਨਹੀਂ ਕੀਤਾ ਜਾ ਸਕਦਾ। ਇਹ ਹਰੇਕ ਹਫ਼ਤੇ ਬਦਲਦੇ ਰਹਿੰਦੇ ਹਨ। ਮੈਨੂੰ ਲੱਗਦਾ ਪੋਲ ਜ਼ਿਆਦਾ ਸ਼ਹਿਰੀ ਆਬਾਦੀ ਤੇ ਕੀਤੇ ਜਾਂਦੇ ਹਨ, ਇਸ ਲਈ ਪੇਂਡੂ ਆਬਾਦੀ ਹਮੇਸ਼ਾ ਪੋਲਾਂ ਨੂੰ ਗਲਤ ਸਾਬਿਤ ਵੀ ਕਰਦੀ ਆਈ ਹੈ। ਮਾਹਰਾਂ ਦੀ ਮੰਨੀਏ ਤਾਂ ਇਸ ਵਾਰ ਸੈਕੰਡ ਰਾਊਂਡ ਹੋਣ ਦੇ ਪੂਰੇ ਆਸਾਰ ਹਨ। ਬਾਕੀ ਸੱਚ ਝੂਠ ਕੀ ਹੋਵੇਗਾ ਇਹ ਉਦੋਂ ਹੀ ਪਤਾ ਲੱਗੇਗਾ। ਹੁਣ ਗੱਲ ਕਰਦੇ ਹਾਂ ਕਿ ਜਿਹੜੇ ਪੁਰਤਗਾਲ ਨੈਸ਼ਨਲਿਟੀ ਵਾਲੇ ਦੂਸਰੇ ਦੇਸ਼ਾਂ ਵਿੱਚ ਰਹਿੰਦੇ ਹਨ ਉਹ ਵੋਟ ਪਾ ਸਕਦੇ ਹਨ ਜਾਂ ਨਹੀਂ। ਤਾਂ ਇਸ ਦਾ ਜਵਾਬ ਹੈ ਕਿ ਉਹ ਸਾਰੇ ਰਾਸ਼ਟਰਪਤੀ ਚੋਣਾਂ ਵਿੱਚ ਵੋਟਾਂ ਪਾ ਸਕਦੇ ਹਨ। ਦੋ ਤਰੀਕੇ ਨਾਲ ਵੋਟ ਪਾਈ ਜਾ ਸਕਦੀ ਹੈ। ਪਹਿਲਾ, ਤੁਸੀਂ ਉਸ ਦੇਸ਼ ਵਿੱਚ ਪੁਰਤਗਾਲ ਦੀ ਐਮਬੈਸੀ ਜਾ ਕੇ ਵੋਟ ਪਾ ਸਕਦੇ ਹੋ। ਦੂਸਰਾ ਤਰੀਕਾ ਹੈ ਤੁਸੀਂ ਵੋਟ ਬਾਏ ਪੋਸਟ ਵੀ ਭੇਜ ਸਕਦੇ ਹੋ। ਆਉਣ ਵਾਲੇ ਦਿਨਾਂ ਵਿੱਚ ਆਪਾਂ ਸਾਰੀ ਜਾਣਕਾਰੀ ਦੇਵਾਂਗੇ ਕਿ ਤੁਸੀਂ ਕਿੱਦਾਂ ਰਜਿਸਟਰ ਕਰਨਾ ਹੈ, ਕਿੱਦਾਂ ਵੋਟ ਪਾਉਣੀ ਹੈ। ਇੱਕ ਵੀਡੀਓ ਬਣਾ ਕੇ ਸਾਰੀ ਡਿਟੇਲ ਵਿੱਚ ਜਾਣਕਾਰੀ ਦੇਵਾਂਗੇ। ਹੁਣ ਤੁਸੀਂ ਕੀ ਕਰੋ ਕਿ ਆਪਣੇ ਚੈਨਲ ਨੂੰ ਉਹਨਾਂ ਲੋਕਾਂ ਤੱਕ ਜ਼ਰੂਰ ਪਹੁੰਚਾਓ ਜੋ ਪੁਰਤਗਾਲ ਦੇ ਨੈਸ਼ਨਲਿਟੀ ਵਾਲੇ ਦੂਜੇ ਦੇਸ਼ਾਂ ਵਿੱਚ ਰਹਿੰਦੇ ਹਨ, ਤਾਂ ਜੋ ਸਾਰੇ ਇਸ ਜਾਣਕਾਰੀ ਤੋਂ ਜਾਣੂ ਹੋ ਸਕਣ ਅਤੇ ਵੋਟਾਂ ਪਾ ਸਕਣ। ਪੁਰਤਗਾਲ ਵਿੱਚ ਰਹਿਣ ਵਾਲਿਆਂ ਨੂੰ ਮੇਰੀ ਬੇਨਤੀ ਹੈ ਕਿ ਵੋਟ ਜ਼ਰੂਰ ਪਾਇਓ। ਉਮੀਦਵਾਰਾਂ ਬਾਰੇ ਜਾਣਕਾਰੀ ਦੇ ਦਿੱਤੀ ਹੈ, ਅੱਗੇ ਹੋਰ ਡਿਟੇਲ ਵਿੱਚ ਜਾਣਕਾਰੀ ਦਿੰਦੇ ਰਹਾਂਗੇ। ਆਪਣਾ ਉਮੀਦਵਾਰ ਚੂਜ਼ ਕਰੋ ਅਤੇ ਵੋਟ ਪਾਓ। ਮੈਂ ਦੁਬਾਰਾ ਦੱਸ ਦੇਵਾਂ ਕਿ ਜਿਨ੍ਹਾਂ ਕੋਲ ਰੈਜ਼ੀਡੈਂਸੀ ਕਾਰਡ ਹਨ
ਉਹ ਵੋਟ ਨਹੀਂ ਪਾ ਸਕਦੇ, ਚਾਹੇ ਕਾਰਡ ਜਿਹੜਾ ਮਰਜ਼ੀ ਹੋਵੇ, ਭਾਵੇਂ ਪਰਮਾਨੈਂਟ ਹੋਵੇ। ਤੁਹਾਨੂੰ ਇਹ ਪੋਡਕਾਸਟ ਕਿੱਦਾਂ ਦਾ ਲੱਗਾ ਕਮੈਂਟ ਕਰਕੇ ਜ਼ਰੂਰ ਦੱਸੋ। ਪੋਡਕਾਸਟ ਨੂੰ ਦੁਬਾਰਾ ਸੁਣੋ ਤਾਂ ਜੋ ਚੀਜ਼ਾਂ ਨੂੰ ਹੋਰ ਡਿਟੇਲ ਵਿੱਚ ਸਮਝ ਸਕੋ। ਆਪਾਂ ਹੁਣ ਵੋਟਾਂ ਤੇ ਕੰਟੀਨਿਊ ਗੱਲ ਕਰਦੇ ਰਹਾਂਗੇ। ਤੁਸੀਂ ਕਿੱਦਾਂ ਦੀ ਜਾਣਕਾਰੀ ਚਾਹੁੰਦੇ ਹੋ ਕਮੈਂਟ ਕਰਕੇ ਦੱਸੋ। ਸਾਰੇ ਪੁਰਤਗਾਲ ਅਤੇ ਬਾਹਰ ਰਹਿਣ ਵਾਲੇ ਆਪਣੇ ਸੱਜਣਾ ਮਿੱਤਰਾਂ ਨਾਲ ਇਸ ਪੋਡਕਾਸਟ ਨੂੰ ਜ਼ਰੂਰ ਸਾਂਝਾ ਕਰੋ। ਧੰਨਵਾਦ।